ਮੇਰੀ ਭਾਬੀ ਰੋਜ਼ ਭਰਾ ਤੋਂ ਮਾਲਿਸ਼ ਕਰਾਉਂਦੀ। ਸਵੇਰੇ ਭਾਈ ਥੱਕਿਆ ਹੁੰਦਾ ਤੇ ਕੰਮ ਤੇ ਵੀ ਨਾ ਜਾਂਦਾ। ਭਰਾ ਨੂੰ ਵਜ੍ਹਾ ਪੁੱਛਦੀ ਤਾਂ ਗੂੰਗਾ ਹੋ ਕੇ ਬੈਠਾ ਰਹਿੰਦਾ। ਇੱਕ ਰਾਤ ਮੈਂ ਭਰਾ ਨੂੰ ਨੀਂਦ ਦੀ ਗੋਲੀ ਦੇ ਕੇ ਸੁਲਾ ਦਿੱਤਾ ਤੇ ਖੁਦ ਭਰਾ ਦੇ ਕੱਪੜੇ ਪਹਿਨ ਕੇ ਭਾਬੀ ਦੀ ਮਾਲਿਸ਼ ਕਰਨ ਲੱਗੀ। ਮੇਰੇ ਹੋਸ਼ ਉੱਡ ਗਏ ਜਦੋਂ ਉਸ ਰਾਤ ਭਾਬੀ ਨੇ ਮੇਰੇ ਨਾਲ ਪਰੀ ਦਰਵਾਜ਼ਾ ਖੋਲ੍ਹੋ। ਮੈਂ ਰਸੋਈ ਵਿੱਚ ਖਾਣਾ ਬਣਾ ਕੇ ਬੈਠੀ ਸੀ। ਉਦੋਂ ਹੀ ਬਾਹਰ ਤੋਂ ਭਰਾ ਦੀ ਆਵਾਜ਼ ਆਈ। ਉਹ ਜਾਣਦੇ ਸੀ ਜਦੋਂ ਤੱਕ ਭਰਾ ਖੁਦ ਆਵਾਜ਼ ਦੇ ਕੇ ਨਾ ਪੁਕਾਰਦੇ ਮੈਂ ਕਿਸੇ ਹਾਲ ਵਿੱਚ ਵੀ ਦਰਵਾਜ਼ਾ ਨਹੀਂ ਖੋਲ੍ਹਦੀ ਸੀ। ਮੈਂ ਜਲਦੀ ਨਾਲ ਹੱਥ ਮੂੰਹ ਪੁੰਝ ਕੇ ਬਾਹਰ ਵੱਲ ਭੱਜੀ, ਪਰ ਦਰਵਾਜ਼ਾ ਖੋਲ੍ਹਦੇ ਹੀ ਹੈਰਾਨ ਰਹਿ ਗਈ ਕਿਉਂਕਿ ਭਰਾ ਦੇ ਪਿੱਛੇ ਇੱਕ ਕੁੜੀ ਖੜੀ ਸੀ। ਸ਼ਕਲ ਸੂਰਤ ਤਾਂ ਪਿਆਰੀ ਸੀ, ਪਰ ਸਾਂਵਲੀ ਸਲੋਨੀ ਜਿਹੀ ਕੁੜੀ ਸੀ ਜਿਸ ਨੂੰ ਦੇਖਦੇ ਹੀ ਮੇਰੇ ਦਿਲ ਵਿੱਚ ਕਈ ਸਵਾਲਾਂ ਨੇ ਜਗ੍ਹਾ ਬਣਾ ਲਈ। ਮੈਂ ਆਪਣੇ ਖਿਆਲਾਂ ਨੂੰ ਜਗਾਉਂਦੇ ਹੋਏ ਭਰਾ ਨੂੰ ਪੁੱਛਣ ਲੱਗੀ, ਭਾਈ ਇਹ ਕੌਣ ਹੈ? ਤਾਂ ਭਾਈ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਘਰ ਦੇ ਅੰਦਰ ਦਾਖਲ ਹੋ ਗਏ। ਉਹਨਾਂ ਦੇ ਪਿੱਛੇ ਹੀ ਉਹ ਔਰਤ ਵੀ ਬਹੁਤ ਮਜ਼ੇ ਨਾਲ ਅੰਦਰ ਆ ਗਈ, ਜਦੋਂ ਕਿ ਮੈਂ ਹੁਣ ਤੱਕ ਦਰਵਾਜ਼ੇ ਦੇ ਕੋਲ ਹੀ ਖੜੀ ਸੀ। ਭਰਾ ਨੇ ਉਸ ਕੁੜੀ ਨੂੰ ਚਾਰਪਾਈ ਤੇ ਬੈਠਣ ਨੂੰ ਬੋਲਿਆ ਤੇ ਵਾਪਸ ਮੁੜ ਕੇ ਦਰਵਾਜ਼ਾ ਬੰਦ ਕਰਦੇ ਹੋਏ ਮੇਰਾ ਹੱਥ ਫੜ ਕੇ ਉਸ ਕੁੜੀ ਦੇ ਸਾਹਮਣੇ ਲਿਆਉਂਦੇ ਹੋਏ ਕਹਿਣ ਲੱਗੇ, ਪੁੱਤ ਅੱਜ ਤੋਂ ਇਹ ਇਸ ਘਰ ਵਿੱਚ ਹੀ ਰਹੇਗੀ, ਭਾਬੀ ਹੈ ਤੇਰੀ। ਮੈਨੂੰ ਭਾਈ ਦੀਆਂ ਗੱਲਾਂ ਨੂੰ ਸਮਝਣ ਵਿੱਚ ਕੁਝ ਦੇਰ ਲੱਗੀ। ਜਦੋਂ ਪੂਰੇ ਤੌਰ ਤੇ ਉਹਨਾਂ ਦੀ ਕਹੀ ਗੱਲ ਸੁਣ ਕੇ ਉਸ ਕੁੜੀ ਨੂੰ ਦੇਖਿਆ ਤਾਂ ਐਵੇਂ ਲੱਗਿਆ ਉਹ ਮੁਸਕਰਾ ਰਹੀ ਹੈ। ਜਦੋਂ ਤੱਕ ਮੈਂ ਗੌਰ ਨਾਲ ਦੇਖਿਆ ਤਾਂ ਉਦੋਂ ਤੱਕ ਸ਼ਾਇਦ ਆਪਣੀ ਮੁਸਕਰਾਹਟ ਛੁਪਾ ਚੁੱਕੀ ਸੀ। ਮੈਂ ਕੁਝ ਕਹੇ ਬਗੈਰ ਹੀ ਰਸੋਈ ਵਿੱਚ ਚਲੀ ਆਈ ਤੇ ਵਾਪਸ ਤੋਂ ਆਪਣੇ ਕੰਮ ਵਿੱਚ ਮਗਨ ਹੋ ਗਈ। ਭਰਾ ਸ਼ਾਇਦ ਆਪਣੇ ਕਿੱਤੇ ਤੇ ਸ਼ਰਮਿੰਦਾ ਸੀ। ਮੇਰੇ ਪਿੱਛੇ ਹੀ ਰਸੋਈ ਵਿੱਚ ਆਉਣ ਲੱਗੇ, ਪਰ ਉਸ ਕੁੜੀ ਨੇ ਉਸ ਦਾ ਹੱਥ ਫੜਿਆ ਤੇ ਕਿਹਾ, ਸਮੀਰ ਬੱਚੀ ਹੈ, ਸਮਝ ਜਾਵੇਗੀ, ਤੂੰ ਉੱਧਰ ਬੈਠ। ਰਸੋਈ ਤੱਕ ਆਉਂਦੀ ਆਵਾਜ਼ ਮੈਂ ਖੂਬ ਸੁਣ ਸਕਦੀ ਸੀ। ਉੱਪਰ ਤੋਂ ਖਿੜਕੀ ਵਿੱਚੋਂ ਵੀ ਸਭ ਦਿਖਾਈ ਦੇ ਰਿਹਾ ਸੀ। ਅਚਾਨਕ ਤੋਂ ਮੈਨੂੰ ਆਪਣਾ ਵਜੂਦ ਬਹੁਤ ਹਲਕਾ ਲੱਗਿਆ, ਜਿਸ ਦੀ ਕੋਈ ਔਕਾਤ ਨਹੀਂ ਸੀ। ਮੇਰੇ ਭਰਾ ਨੇ ਉਸ ਨਾਲ ਵਿਆਹ ਕਰਾ ਲਿਆ। ਮੇਰੇ ਲਈ ਖੁਸ਼ੀ ਦੀ ਗੱਲ ਸੀ, ਪਰ ਕਾਸ਼ ਆਪਣੀ ਇਸ ਖੁਸ਼ੀ ਵਿੱਚ ਮੈਨੂੰ ਵੀ ਸ਼ਾਮਿਲ ਕਰ ਲੈਂਦਾ ਤਾਂ ਮੈਂ ਕੀ ਕਰ ਲੈਂਦੀ। ਜ਼ਿਆਦਾ ਤੋਂ ਜ਼ਿਆਦਾ ਆਪਣੇ ਭਰਾ ਦਾ ਵਿਆਹ ਦੇਖ ਲੈਂਦੀ। ਅਚਾਨਕ ਤੋਂ ਹੀ ਮੇਰੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ। ਮੈਨੂੰ ਆਪਣੀ ਬਹੁਤ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ। ਮੈਂ ਬੇਦਰਦੀ ਨਾਲ ਹੰਝੂ ਸਾਫ਼ ਕੀਤੇ ਤੇ ਖਾਣਾ ਬਣਾਉਣ ਲੱਗੀ। ਉਹ ਦੋਵੇਂ ਬਾਹਰ ਬੈਠ ਕੇ ਗੱਲਾਂ ਕਰਦੇ ਰਹੇ। ਮੈਂ ਕੰਮ ਤੋਂ ਵਿਹਲੀ ਹੋ ਚੁੱਕੀ ਸੀ, ਪਰ ਜਦੋਂ ਤੱਕ ਉਹ ਬਾਹਰ ਰਹੇ ਮੈਂ ਵੀ ਰਸੋਈ ਤੋਂ ਬਾਹਰ ਨਹੀਂ ਨਿਕਲੀ। ਮੈਨੂੰ ਉਹ ਕੁੜੀ ਕੁਝ ਠੀਕ ਨਹੀਂ ਲੱਗ ਰਹੀ ਸੀ। ਉਹ ਚੰਗੀ ਹੋਵੇਗੀ, ਪਰ ਮੈਨੂੰ ਉਸ ਤੋਂ ਅਜੀਬ ਤਰ੍ਹਾਂ ਦੇ ਖਿਆਲ ਮਹਿਸੂਸ ਹੋ ਰਹੇ ਸੀ, ਜਿਵੇਂ ਉਹ ਸਾਡੇ ਘਰ ਆਉਣ ਲਈ ਚੰਗੀ ਸਾਬਤ ਹੋਣ ਵਾਲੀ ਨਹੀਂ ਸੀ। ਜਿਵੇਂ ਹੀ ਸ਼ਾਮ ਦਾ ਸਮਾਂ ਹੋਇਆ ਤਾਂ ਭਰਾ ਨੇ ਉਸ ਨੂੰ ਨੈਣਾ ਕਹਿ ਕੇ ਪੁਕਾਰਿਆ ਤੇ ਘਰ ਵਿੱਚ ਮੌਜੂਦ ਇਕੱਲੇ ਕਮਰੇ ਵਿੱਚ ਚਲੇ ਗਏ। ਮੈਂ ਰੋਟੀਆਂ ਪਕਾ ਕੇ ਪਲੇਟ ਵਿੱਚ ਖਾਣਾ ਸਜਾ ਕੇ ਕਮਰੇ ਵਿੱਚ ਲੈ ਗਈ। ਕਮਰੇ ਵਿੱਚ ਜਾਂਦੇ ਹੀ ਭਾਬੀ ਨੇ ਕਿਹਾ, ਸਮਝਦਾਰ ਲੱਗਦੀ ਹੈ, ਪਰ ਇਹ ਨਹੀਂ ਜਾਣਦੀ ਕਿਸੇ ਦੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਦਰਵਾਜ਼ਾ ਖੜਕਾਉਂਦੇ ਹਨ, ਖਾਸ ਕਰਕੇ ਜਦੋਂ ਉੱਥੇ ਇੱਕ ਸ਼ਾਦੀशुदा ਜੋੜਾ ਹੋਵੇ। ਇਸ ਗੱਲ ਨੇ ਮੈਨੂੰ ਸ਼ਰਮਿੰਦਗੀ ਦੀਆਂ ਗਹਿਰਾਈਆਂ ਵਿੱਚ ਧਕੇਲ ਦਿੱਤਾ। ਹਾਲਾਤ ਵੈਸੇ ਵੀ ਖਰਾਬ ਸੀ ਤਾਂ ਮੈਂ ਜਲਦੀ ਨਾਲ ਖਾਣਾ ਰੱਖ ਕੇ ਬਾਹਰ ਨਿਕਲ ਆਈ। ਉਹ ਕਮਰਾ ਮੇਰਾ ਤੇ ਭਰਾ ਦਾ ਕਮਰਾ ਸੀ। ਹੁਣ ਮੈਂ ਕਿੱਥੇ ਸੌਵਾਂ? ਉਸ ਸਮੇਂ ਮੇਰੀ ਨਜ਼ਰ ਉਸ ਟੁੱਟੇ ਫੁੱਟੇ ਕਮਰੇ ਤੇ ਪਈ ਤਾਂ ਮੈਂ ਸੋਚ ਲਿਆ ਸਵੇਰੇ ਇਸ ਨੂੰ ਸਹੀ ਕਰਕੇ ਇੱਥੇ ਹੀ ਸੌਂਗੀ। ਪਰ ਰਾਤ ਦਾ ਮਸਲਾ ਸੀ। ਇੰਨੀ ਦੇਰ ਵਿੱਚ ਭਰਾ ਬਾਹਰ ਆ ਗਿਆ ਤੇ ਮੈਨੂੰ ਕਹਿਣ ਲੱਗਿਆ, ਪਰ ਮੈਂ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਨੇ ਪੁੱਛਿਆ, ਕਿੱਥੇ ਸੋਏਗੀ? ਮੈਂ ਬਰਾਂਡੇ ਵੱਲ ਇਸ਼ਾਰਾ ਕਰ ਦਿੱਤਾ ਕਿ ਰਾਤ ਇੱਥੇ ਗੁਜ਼ਾਰ ਲਵਾਂਗੀ ਤੇ ਸਵੇਰ ਨੂੰ ਉਹ ਕਮਰਾ ਆਪਣੇ ਰਹਿਣ ਦੇ ਕਾਬਿਲ ਬਣਾ ਲਵਾਂਗੀ। ਭਾਈ ਚੁੱਪ ਕਰ ਗਏ। ਉਹਨਾਂ ਦੀ ਵੀ ਮਜਬੂਰੀ ਸੀ ਜੋ ਮੈਂ ਸਮਝ ਗਈ ਸੀ। ਹਾਂ, ਹੁਣ ਮੈਨੂੰ ਆਪਣੇ ਘਰ ਵਿੱਚ ਰਹਿੰਦੇ ਹੋਏ ਵੀ ਹਰ ਕੰਮ ਤੇ ਸਮਝੌਤਾ ਕਰਨਾ ਪਵੇਗਾ। ਇਸ ਲਈ ਚੰਗਾ ਸੀ ਹੁਣ ਤੋਂ ਹੀ ਆਪਣਾ ਦਿਮਾਗ ਬਣਾ ਲੈਂਦੀ ਤੇ ਸੋਚ ਕੇ ਮਸਲੇ ਨੂੰ ਖੁਦ ਲਈ ਹੋਰ ਮੁਸ਼ਕਿਲ ਨਾ ਬਣਾਉਂਦੀ। ਮੈਂ ਰਸੋਈ ਸਮੇਟ ਕੇ ਤੇ ਬਿਸਤਰ ਬਰਾਂਡੇ ਵਿੱਚ ਵਿਛਾ ਕੇ ਉੱਥੇ ਲੈਟ ਗਈ। ਮੈਂ ਸਮਝ ਚੁੱਕੀ ਸੀ, ਪਰ ਫਿਰ ਵੀ ਨਾ ਜਾਣੇ ਬਾਰ-ਬਾਰ ਮੇਰੀਆਂ ਅੱਖਾਂ ਦੇਖ ਰਹੀਆਂ ਸੀ। ਸ਼ਾਇਦ ਇਦਾਂ ਨਾ ਹੁੰਦਾ। ਜੇ ਨੈਣਾ ਦੇ ਲਹਿਜੇ ਵਿੱਚ ਮੇਰੇ ਲਈ ਜਰਾ ਜਿਹੀ ਫਿਕਰ ਹੁੰਦੀ ਤਾਂ ਮੈਂ ਸਭ ਕੁਝ ਹੱਸ ਕੇ ਬਰਦਾਸ਼ਤ ਕਰ ਲੈਂਦੀ, ਪਰ ਉਹ ਮੇਰੇ ਤੇ ਮਾਲਕਾਂ ਦੀ ਤਰ੍ਹਾਂ ਹੁਕਮ ਚਲਾ ਰਹੀ ਸੀ। ਹਰ ਪਲ ਮੈਨੂੰ ਜਲੀਲ ਕਰ ਰਹੀ ਸੀ। ਉਦੋਂ ਮੇਰਾ ਦਿਲ ਇਸ ਕਦਰ ਥੱਕਿਆ ਹੋਇਆ ਸੀ, ਰੋਂਦੇ ਪਤਾ ਨਹੀਂ ਕਦੋਂ ਸੋ ਗਈ। ਰਾਤ ਨੂੰ ਦੇਰ ਨਾਲ ਸੌਣ ਦੀ ਵਜ੍ਹਾ ਨਾਲ ਮੇਰੀ ਅੱਖ ਵੀ ਸਵੇਰੇ ਦੇਰ ਨਾਲ ਖੁੱਲੀ। ਮੈਂ ਜਲਦੀ ਨਾਲ ਉੱਠੀ ਤੇ ਭਰਾ ਨੂੰ ਕੰਮ ਤੇ ਜਾਣਾ ਸੀ
ਤੇ ਉਸਦਾ ਨਾਸ਼ਤਾ ਨਹੀਂ ਬਣਿਆ ਸੀ। ਮੈਂ ਫਟਾਫਟ ਉੱਠ ਕੇ ਕਮਰੇ ਵੱਲ ਦੇਖਿਆ ਤਾਂ ਉਹ ਬੰਦ ਸੀ। ਸ਼ਾਇਦ ਹੁਣ ਤੱਕ ਉਹ ਸੋ ਰਹੇ ਸੀ। ਇਹੀ ਸੋਚ ਕੇ ਜਲਦੀ ਨਾਸ਼ਤਾ ਬਣਾ ਕੇ ਪਲੇਟ ਵਿੱਚ ਰੱਖਿਆ ਤੇ ਕਮਰੇ ਦਾ ਦਰਵਾਜ਼ਾ ਖੜਕਾਇਆ। ਥੋੜੀ ਦੇਰ ਬਾਅਦ ਦਰਵਾਜ਼ਾ ਖੁੱਲਿਆ ਤਾਂ ਭਾਈ ਸਾਹਮਣੇ ਸੀ। ਭਾਬੀ ਬਹੁਤ ਬੁਰਾ ਜਿਹਾ ਮੂੰਹ ਬਣਾ ਕੇ ਕੁਝ ਗੁਣਗੁਣਾ ਰਹੀ ਸੀ, ਪਰ ਭਰਾ ਨੇ ਨਾਸ਼ਤੇ ਦੀ ਪਲੇਟ ਫੜ ਕੇ ਧੰਨਵਾਦ ਕੀਤਾ। ਭਾਬੀ ਹੁਣ ਵੀ ਵਿਗੜੇ ਮੂਡ ਨਾਲ ਬੈਠੀ ਸੀ। ਮੈਂ ਭਾਈ ਨੂੰ ਪੁੱਛਿਆ, ਕੰਮ ਤੇ ਨਹੀਂ ਜਾਣਾ? ਮੈਂ ਤਾਂ ਭਰਾ ਨਾਲ ਗੱਲ ਕਰ ਰਹੀ ਸੀ। ਭਾਬੀ ਉਛਲ ਕੇ ਬਿਸਤਰ ਤੋਂ ਉੱਠੀ ਤੇ ਬਿਲਕੁਲ ਭਰਾ ਦੇ ਅੱਗੇ ਆ ਕੇ ਖੜੀ ਹੋ ਗਈ। ਮੈਂ ਤਾਂ ਅਚਾਨਕ ਨਾਲ ਡਰ ਗਈ। ਉਹ ਸਖਤੀ ਨਾਲ ਬੋਲੀ, ਹੁਣ ਤੇਰੇ ਭਾਈ ਦਾ ਵਿਆਹ ਹੋ ਚੁੱਕਿਆ ਹੈ, ਉਸਦੇ ਆਉਣ ਜਾਣ ਦਾ ਧਿਆਨ ਰੱਖਣ ਵਾਲੀ ਆ ਗਈ ਹੈ, ਲਿਹਾਜ਼ਾ ਤੂੰ ਇਹਨਾਂ ਗੱਲਾਂ ਤੇ ਧਿਆਨ ਦੇ ਕੇ ਖੁਦ ਨੂੰ ਤਕਲੀਫ ਨਾ ਦੇਵੇ ਤਾਂ ਹੀ ਚੰਗਾ ਹੈ। ਤੇ ਸਿਰਫ ਉਹੀ ਕੰਮ ਕਰ ਜੋ ਤੇਰੀ ਜ਼ਿੰਮੇਵਾਰੀ ਹੈ। ਖਾਣਾ ਬਣਾ, ਖਾ ਤੇ ਖਿਲਾ। ਸਾਡੇ ਮਾਮਲਿਆਂ ਵਿੱਚ ਦੁਬਾਰਾ ਤੋਂ ਨਾ ਬੋਲਣਾ। ਉਹਨਾਂ ਦੀਆਂ ਗੱਲਾਂ ਇਸ ਕਦਰ ਕੜਵੀਆਂ ਸੀ। ਮੈਂ ਭਰਾ ਵੱਲ ਦੇਖਿਆ ਤਾਂ ਉਹ ਮਿੰਨਤਾਂ ਕਰਦੇ ਹੋਏ ਭਾਬੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਸਨੇ ਭਾਈ ਦੀ ਇੱਕ ਨਹੀਂ ਸੁਣੀ ਤੇ ਮੇਰੇ ਮੂੰਹ ਤੇ ਹੀ ਜ਼ੋਰ ਨਾਲ ਦਰਵਾਜ਼ਾ ਬੰਦ ਕਰ ਦਿੱਤਾ। ਮੇਰੇ ਤਾਂ ਹੱਥ ਪੈਰ ਕੰਬਣ ਲੱਗੇ ਤੇ ਮੈਂ ਬੇਜਾਨ ਹੋ ਕੇ ਚਾਰਪਾਈ ਤੇ ਜਾ ਬੈਠੀ। ਸਮਝਣ ਦੀ ਕੋਸ਼ਿਸ਼ ਕਰਨ ਲੱਗੀ ਮੇਰੇ ਨਾਲ ਹੁਣ ਕੀ ਹੋਇਆ ਹੈ। ਬਹੁਤ ਦੇਰ ਬੈਠੀ ਰਹੀ, ਪਰ ਪਤਾ ਨਹੀਂ, ਨਾ ਹੀ ਭਾਈ ਬਾਹਰ ਨਿਕਲਿਆ ਤੇ ਨਾ ਹੀ ਭਾਬੀ। ਸੂਰਜ ਸਿਰ ਤੇ ਆ ਗਿਆ ਸੀ। ਸਾਰੇ ਘਰ ਦੇ ਕੰਮ ਪਏ ਸੀ। ਬੈਠਣ ਤੇ ਸੋਚ ਕੇ ਦੁਖੀ ਹੋਣ ਤੋਂ ਚੰਗਾ ਇਹੀ ਸੀ ਕਿ ਮੈਂ ਉੱਠ ਕੇ ਸਾਰੇ ਕੰਮ ਖਤਮ ਕਰ ਲਵਾਂ। ਤੇ ਵੈਸੇ ਵੀ ਤਾਂ ਇਸ ਘਰ ਵਿੱਚ ਮੇਰੀ ਸਿਰਫ ਇਹੀ ਹੈਸੀਅਤ ਰਹਿ ਗਈ ਸੀ। ਇਸ ਤੋਂ ਜ਼ਿਆਦਾ ਮੇਰਾ ਕੋਈ ਵੀ ਘਰ ਵਿੱਚ ਹੁਕਮ ਨਹੀਂ ਚੱਲਦਾ ਸੀ। ਰਸੋਈ ਵਿੱਚ ਆਈ ਤਾਂ ਪਕਾਉਣ ਦੇ ਲਈ ਕੁਝ ਵੀ ਨਹੀਂ ਪਿਆ ਸੀ, ਸਿਰਫ ਆਲੂ ਹੀ ਸੀ। ਮੈਂ ਉਹੀ ਕੱਟ ਲਏ, ਕਿਉਂਕਿ ਜੇ ਭਾਈ ਨੂੰ ਬੋਲਣ ਜਾਂਦੀ ਤਾਂ ਫਿਰ ਕੁਝ ਉਲਟਾ ਸੁਣਨ ਨੂੰ ਮਿਲਦਾ। ਤਾਂ ਇਸ ਗੱਲ ਤੋਂ ਬਚਣ ਲਈ ਮੈਨੂੰ ਇਹੀ ਚੰਗਾ ਲੱਗਿਆ। ਖਾਣਾ ਖਾ ਕੇ ਮੈਂ ਭਾਂਡੇ ਧੋਏ ਤੇ ਸਾਰੇ ਘਰ ਦਾ ਕੰਮ ਖਤਮ ਕੀਤਾ। ਪਰ ਉਹ ਦੋਵੇਂ ਹੁਣ ਵੀ ਕਮਰੇ ਵਿੱਚ ਹੀ ਸੀ। ਉਸ ਸਮੇਂ ਭਾਬੀ ਭਰਪੂਰ ਗੁੱਸੇ ਵਿੱਚ ਰਸੋਈ ਵਿੱਚ ਆਈ ਤੇ ਮੇਰੇ ਸਿਰ ਤੇ ਆ ਖੜੀ ਹੋਈ। ਤੂੰ ਖੁਦ ਨੂੰ ਸਮਝ ਕੀ ਰੱਖਿਆ ਹੈ? ਮੈਨੂੰ ਇਸ ਤਰ੍ਹਾਂ ਨਾਲ ਨੀਚਾ ਦਿਖਾਉਣਾ ਚਾਹੁੰਦੀ ਹੈ? ਨਹੀਂ, ਮਤਲਬ ਕੀ ਹੈ ਤੇਰਾ? ਨਵੀਂ ਨਵੇਲੀ ਦੁਲਹਨ ਦਾ ਏਦਾਂ ਸਵਾਗਤ ਕਰਦੇ ਹਨ, ਆਲੂ ਬਣਾ ਕੇ। ਭਾਬੀ ਬਾਹਰ ਖੜੀ ਮੇਰੇ ਤੇ ਚੀਖ ਰਹੀ ਸੀ। ਉਦੋਂ ਭਰਾ ਜਲਦੀ ਤੋਂ ਬਾਹਰ ਆਇਆ ਤੇ ਭਾਬੀ ਨੂੰ ਚਿਲਾਉਂਦਾ ਹੋਇਆ ਦੇਖ ਕੇ ਮੈਨੂੰ ਉੱਥੋਂ ਜਾਣ ਨੂੰ ਬੋਲਿਆ। ਮੈਂ ਦਬੇ ਕਦਮਾਂ ਨਾਲ ਉੱਥੋਂ ਚਲੀ ਆਈ। ਮੈਂ ਜੋ ਵੀ ਕੰਮ ਕਰ ਰਹੀ ਸੀ ਉਸ ਦਾ ਉਲਟਾ ਹੀ ਹੋ ਰਿਹਾ ਸੀ। ਮੈਂ ਸਮਝ ਨਹੀਂ ਪਾ ਰਹੀ ਸੀ ਕਿ ਭਾਬੀ ਚਾਹੁੰਦੀ ਕੀ ਹੈ। ਖੈਰ, ਤੰਗ ਆ ਕੇ ਮੈਂ ਉਸ ਕਬਾੜ ਵਾਲੇ ਕਮਰੇ ਦੀ ਸਫਾਈ ਕੀਤੀ ਤੇ 2-3 ਘੰਟੇ ਲਗਾਤਾਰ ਮਿਹਨਤ ਦੇ ਬਾਅਦ ਉਹ ਕਮਰਾ ਸਾਫ਼ ਕਰਨ ਵਿੱਚ ਕਾਮਯਾਬ ਹੋ ਗਈ। ਬਾਕੀ ਪੂਰਾ ਦਿਨ ਭਾਈ ਤੇ ਭਾਬੀ ਕਮਰੇ ਵਿੱਚ ਹੀ ਰਹਿੰਦੇ। ਸ਼ਾਮ ਨੂੰ ਦੋਵੇਂ ਤਿਆਰ ਹੋ ਕੇ ਬਾਹਰ ਚਲੇ ਗਏ। ਭਰਾ ਨੇ ਮੈਨੂੰ ਸਿਰਫ ਇੰਨਾ ਦੱਸਿਆ ਕਿ ਅਸੀਂ ਦੇਰ ਨਾਲ ਆਵਾਂਗੇ, ਕੁੰਡੀ ਲਗਾ ਲੈਣਾ। ਪਰ ਭਾਬੀ ਨੇ ਤਾਂ ਮੇਰੇ ਵੱਲ ਦੇਖਣਾ ਵੀ ਗਵਾਰਾ ਨਹੀਂ ਕੀਤਾ ਸੀ। ਪਿਛਲੇ 1 ਦਿਨ ਤੋਂ ਮੇਰਾ ਦਿਲ ਬਾਰ-ਬਾਰ ਟੁੱਟ ਰਿਹਾ ਸੀ। ਹੁਣ ਸਮਝ ਆ ਰਿਹਾ ਸੀ ਲੋਕ ਕਿਉਂ ਵਿਆਹ ਦੇ ਬਾਅਦ ਬਦਲ ਜਾਂਦੇ ਹਨ। ਮੈਂ ਖੁਦ ਨੂੰ ਬਹੁਤ ਇਕੱਲਾ ਮਹਿਸੂਸ ਕਰ ਰਹੀ ਸੀ। ਮਾਂ ਦੀ ਮੌਤ ਬਹੁਤ ਪਹਿਲਾਂ ਹੋ ਗਈ ਸੀ, ਪਰ ਪਿਤਾ ਜੀ ਸਾਡੇ ਨਾਲ ਸੀ। ਉਹਨਾਂ ਨੇ ਸਾਡੇ ਦੋਵਾਂ ਦਾ ਸਕੂਲ ਵਿੱਚ ਦਾਖਲਾ ਕਰਵਾਇਆ ਸੀ। ਮੈਂ ਤਾਂ ਬਹੁਤ ਹੀ ਖੁਸ਼ੀ ਨਾਲ ਸਕੂਲ ਜਾਣ ਲੱਗੀ, ਪਰ ਭਾਈ ਅਕਸਰ ਸਕੂਲ ਤੋਂ ਛੁੱਟੀ ਕਰ ਲੈਂਦਾ। ਜਦੋਂ ਪਿਤਾ ਜੀ ਉਸ ਨੂੰ ਸਕੂਲ ਨਾ ਜਾਣ ਦੀ ਵਜ੍ਹਾ ਪੁੱਛਦੇ ਤਾਂ ਉਹ ਕਦੇ ਕੋਈ ਬਹਾਨਾ ਬਣਾ ਦਿੰਦਾ ਤਾਂ ਕਦੇ ਕਿਸੇ ਬਿਮਾਰੀ ਦਾ ਬੋਲ ਦਿੰਦਾ। ਆਖਰਕਾਰ ਇੱਕ ਦਿਨ ਤੰਗ ਆ ਕੇ ਪਿਤਾ ਜੀ ਨੇ ਪੁੱਛ ਹੀ ਲਿਆ ਕਿ ਤੂੰ ਸਕੂਲ ਪੜ੍ਹਨਾ ਵੀ ਚਾਹੁੰਦਾ ਹੈ ਜਾਂ ਨਹੀਂ। ਤਾਂ ਉਸ ਦਿਨ ਭਰਾ ਨੇ ਮਨਾ ਕਰ ਦਿੱਤਾ ਕਿ ਉਸ ਨੂੰ ਨਹੀਂ ਪੜ੍ਹਨਾ ਤੇ ਨਾ ਹੀ ਉਸ ਤੋਂ ਪੜ੍ਹਿਆ ਜਾਂਦਾ ਹੈ। ਪਿਤਾ ਨੇ ਭਰਾ ਨੂੰ ਸਕੂਲ ਤੋਂ ਹਟਾ ਲਿਆ, ਪਰ ਮੈਂ ਜਾਂਦੀ ਰਹੀ। 10ਵੀਂ ਕਲਾਸ ਪੜ੍ਹੀ ਤਾਂ ਪਿਤਾ ਜੀ ਵੀ ਸਾਨੂੰ ਇਕੱਲਾ ਛੱਡ ਕੇ ਚਲੇ ਗਏ। ਸਾਡੇ ਲਈ ਉਹ ਬਹੁਤ ਮੁਸ਼ਕਿਲ ਸਮਾਂ ਸੀ। ਮੁਹੱਲੇ ਵਾਲਿਆਂ ਨੇ ਮੈਨੂੰ ਬਹੁਤ ਸਹਾਰਾ ਦਿੱਤਾ ਤੇ ਉਹ ਸਮਾਂ ਵੀ ਕੱਟ ਗਿਆ। ਭਰਾ ਨੇ ਮੈਨੂੰ ਹੋਰ ਪੜ੍ਹਨ ਨੂੰ ਕਿਹਾ ਤਾਂ ਮੈਂ ਮਨਾ ਕਰ ਦਿੱਤਾ, ਕਿਉਂਕਿ ਜੇ ਮੈਂ ਪੜ੍ਹਨ ਜਾਂਦੀ ਤਾਂ ਪਿੱਛੇ ਘਰ ਖਾਲੀ ਹੋ ਜਾਂਦਾ ਤੇ ਭਰਾ ਨੂੰ ਵੀ ਪਰੇਸ਼ਾਨੀ ਹੁੰਦੀ। ਮੈਂ ਪੜ੍ਹਾਈ ਨੂੰ ਅਲਵਿਦਾ ਕਹਿ ਦਿੱਤਾ, ਪਰ ਅੱਜ ਮੈਨੂੰ ਲੱਗ ਰਿਹਾ ਸੀ ਮੈਂ ਗਲਤ ਕੀਤਾ ਸੀ। ਮੈਨੂੰ ਹੋਰ ਪੜ੍ਹਨਾ ਚਾਹੀਦਾ ਸੀ। ਪਤਾ ਨਹੀਂ ਭਾਬੀ ਕਿੰਨਾ ਪੜ੍ਹ ਲਿਖ ਕੇ ਆਈ ਹੈ ਜੋ ਮੇਰੇ ਤੇ ਐਵੇਂ ਰੋਬ ਜਮਾ ਰਹੀ ਹੈ। ਭਰਾ ਨੇ ਪਿਤਾ ਦੀ ਪਿੰਡ ਵਾਲੀ ਦੁਕਾਨ ਵੇਚ ਦਿੱਤੀ ਸੀ ਤੇ ਅਸੀਂ ਇਸ ਸ਼ਹਿਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਪਾ ਕੇ ਕੋਈ ਹੋਰ ਕੰਮ ਸ਼ੁਰੂ ਕਰ ਲਿਆ ਸੀ। ਪਰ ਮੈਂ ਇੰਨਾ ਜਾਣਦੀ ਸੀ ਭਰਾ ਦਾ ਕੰਮ ਸਹੀ ਨਹੀਂ ਚੱਲ ਰਿਹਾ ਸੀ। ਉਹਨਾਂ ਦਿਨਾਂ ਵਿੱਚ ਉਹ ਬਹੁਤ ਪਰੇਸ਼ਾਨ ਰਹਿਣ ਲੱਗੇ ਸੀ। ਪਹਿਲਾਂ ਜਿਸ ਤਰ੍ਹਾਂ ਖੁੱਲੇ ਹੱਥੋਂ ਪੈਸੇ ਖਰਚ ਕੀਤੇ ਜਾਂਦੇ ਸੀ, ਹੁਣ ਉੱਥੇ ਸੋਚ ਕੇ ਸਭ ਕੁਝ ਲਿਆ ਜਾਂਦਾ ਸੀ। ਜੇ ਇੰਨਾ ਮੁਸ਼ਕਿਲ ਸਮਾਂ ਸੀ ਤਾਂ ਭਰਾ ਨੇ ਐਵੇਂ ਦੇ ਮੌਕੇ ਤੇ ਵਿਆਹ ਕਿਉਂ ਕੀਤਾ? ਮੇਰੇ ਦਿਲ ਵਿੱਚ ਸਵਾਲ ਉੱਠਿਆ।
ਪਰ ਨਾਲ ਹੀ ਜਵਾਬ ਦਿੱਤਾ ਗਿਆ ਕਿ ਕਿਤੇ ਭਾਬੀ ਦੀ ਵਜ੍ਹਾ ਨਾਲ ਤਾਂ ਨਹੀਂ ਕਾਰੋਬਾਰ ਵਿੱਚ ਨੁਕਸਾਨ ਹੋਇਆ ਹੈ। ਇਸ ਗੱਲ ਵਿੱਚ ਇੰਨਾ ਦਮ ਸੀ ਕਿ ਮੈਂ ਯਕੀਨ ਕਰ ਲਿਆ ਭਰਾ ਨੇ ਕਮਾਈ ਨੂੰ ਵਿੱਚ ਰੱਖ ਕੇ ਹੀ ਭਾਬੀ ਨੂੰ ਵਿਆਹ ਲਈ ਕਿਹਾ ਹੋਵੇਗਾ। ਇਸ ਲਈ ਭਾਬੀ ਨੇ ਕਮਾਈ ਦੇ ਕੇ ਭਰਾ ਨਾਲ ਵਿਆਹ ਲਈ ਹਾਂ ਕਰ ਦਿੱਤੀ, ਜਿਸ ਨਾਲ ਕਿ ਉਹ ਆਪਣੀ ਜ਼ਿੰਦਗੀ ਐਸੋ ਆਰਾਮ ਨਾਲ ਗੁਜ਼ਾਰ ਸਕੇ। ਰਾਤ ਦੇ 9 ਵੱਜ ਰਹੇ ਸੀ, ਪਰ ਭਾਈ ਨੂੰ ਪਰਵਾਹ ਨਹੀਂ ਸੀ। ਮੈਂ ਇਸ ਤਰ੍ਹਾਂ ਪਹਿਲੀ ਵਾਰੀ ਘਰ ਵਿੱਚ ਇਕੱਲੀ ਰਹਿ ਰਹੀ ਸੀ। ਖੈਰ, ਇੰਤਜ਼ਾਰ ਕਰਦੇ ਕਰਦੇ ਬਾਹਰ ਹੀ ਸੋ ਗਈ। ਕਿਤੇ 12 ਵਜੇ ਜਾ ਕੇ ਉਹ ਵਾਪਸ ਆਏ ਸੀ। ਭਰਾ ਦੇ ਚਿਹਰੇ ਤੇ ਸ਼ਰਮਿੰਦਗੀ ਸੀ, ਪਰ ਮੈਂ ਨਜ਼ਰਅੰਦਾਜ਼ ਕਰਕੇ ਉਹਨਾਂ ਨੂੰ ਖਾਣ ਦਾ ਪੁੱਛਿਆ ਤਾਂ ਭਾਬੀ ਨੇ ਮਨਾ ਕਰ ਦਿੱਤਾ। ਨਹੀਂ, ਬਾਹਰ ਤੋਂ ਖਾ ਕੇ ਆਏ ਹਾਂ। ਮੇਰੀ ਜ਼ਿੰਮੇਵਾਰੀ ਪੂਰੀ ਹੋ ਚੁੱਕੀ ਸੀ ਤਾਂ ਮੈਂ ਆਪਣੇ ਕਮਰੇ ਵਿੱਚ ਆ ਗਈ, ਜਿੱਥੇ ਹੁਣ ਵੀ ਇੱਕ ਪਾਸੇ ਕਬਾੜ ਸੀ, ਦੂਜੇ ਹਿੱਸੇ ਵਿੱਚ ਚਾਰਪਾਈ ਤੇ ਆਪਣਾ ਬਿਸਤਰ ਵਿਛਾ ਲਿਆ ਸੀ। ਅਗਲੇ ਦਿਨ ਸਵੇਰੇ ਭਾਈ ਪਹਿਲਾਂ ਤੋਂ ਉੱਠਿਆ ਹੋਇਆ ਸੀ। ਉਹ ਥੱਕਿਆ ਹੋਇਆ ਲੱਗ ਰਿਹਾ ਸੀ। ਭਾਬੀ ਹੁਣੇ ਤੱਕ ਸੋ ਰਹੀ ਸੀ। ਮੈਂ ਭਾਈ ਨੂੰ ਪੁੱਛਿਆ, ਚਾਹ ਬਣਾ ਦੇਵਾਂ? ਤਾਂ ਉਸਨੇ ਹਾਂ ਕਹਿ ਦਿੱਤਾ। ਮੈਂ ਉਸ ਲਈ ਚਾਹ ਬਣਾ ਦਿੱਤੀ ਤੇ ਖੁਦ ਕੰਮਾਂ ਵਿੱਚ ਵਿਅਸਤ ਹੋ ਗਈ। ਮੈਨੂੰ ਲੱਗਿਆ ਸੀ ਸ਼ਾਇਦ ਭਾਈ ਅੱਜ ਕੰਮ ਤੇ ਛੇਤੀ ਜਾਵੇਗਾ, ਪਰ ਭਾਈ ਆਰਾਮ ਨਾਲ ਬਰਾਂਡੇ ਵਿੱਚ ਪਈ ਚਾਰਪਾਈ ਤੇ ਲੇਟ ਕੇ ਸੋ ਗਿਆ। ਮੈਨੂੰ ਬਹੁਤ ਹੈਰਾਨੀ ਹੋਈ ਕਿ ਪਹਿਲਾਂ ਤਾਂ ਕਦੇ ਕੰਮ ਤੋਂ ਐਵੇਂ ਛੁੱਟੀ ਨਹੀਂ ਕੀਤੀ। ਸ਼ਾਇਦ ਤਬੀਅਤ ਖਰਾਬ ਹੋਈ ਹੈ। ਇਹੀ ਸੋਚ ਕੇ ਖੁਦ ਨੂੰ ਤਸੱਲੀ ਦਿੱਤੀ। ਭਾਬੀ ਉੱਠੀ ਤਾਂ ਉਹ ਬਹੁਤ ਖੁਸ਼ ਲੱਗ ਰਹੀ ਸੀ। ਮੈਂ ਇਹ ਸਮਝੀ ਕਿ ਸ਼ਾਇਦ ਰਾਤ ਨੂੰ ਸ਼ਹਿਰ ਕਰਕੇ ਆਈ ਹੈ, ਇਸ ਵਜ੍ਹਾ ਨਾਲ ਖੁਸ਼ ਹੈ। ਮੈਂ ਭਾਬੀ ਨੂੰ ਨਾਸ਼ਤਾ ਦਿੱਤਾ ਤੇ ਕੋਈ ਗੱਲ ਨਹੀਂ ਕੀਤੀ, ਪਰ ਉਸ ਦਾ ਮੂਡ ਬਹੁਤ ਖੁਸ਼ ਸੀ। ਮੈਨੂੰ ਕੋਲ ਬਿਠਾ ਲਿਆ, ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀ। ਮੈਨੂੰ ਬਹੁਤ ਹੈਰਾਨੀ ਹੋਈ ਕਿ ਇਹ ਉਹੀ ਕੁੜੀ ਹੈ ਜੋ 2 ਦਿਨ ਤੋਂ ਮੇਰੀ ਬੇਇੱਜ਼ਤੀ ਕਰ ਰਹੀ ਹੈ। ਮੈਂ ਪਹਿਲਾਂ ਤਾਂ ਉਸ ਦੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਸੀ, ਪਰ ਫਿਰ ਜਵਾਬ ਦੇ ਦਿੱਤਾ, ਕਿਉਂਕਿ ਜੇ ਸਕੂਨ ਹੋ ਰਿਹਾ ਹੈ ਤਾਂ ਚੰਗੀ ਗੱਲ ਸੀ। ਦੁਪਹਿਰ ਦਾ ਖਾਣਾ ਵੀ ਬਣ ਗਿਆ। ਉਦੋਂ ਜਾ ਕੇ ਭਾਈ ਦੀ ਅੱਖ ਖੁੱਲੀ ਸੀ। ਮੈਂ ਉਸ ਦੀ ਤਬੀਅਤ ਦਾ ਪੁੱਛਿਆ ਤਾਂ ਉਹ ਬਿਲਕੁਲ ਠੀਕ ਠਾਕ ਸੀ। ਖੈਰ, ਬਾਕੀ ਸਾਰਾ ਦਿਨ ਵੀ ਐਵੇਂ ਗੁਜ਼ਰ ਗਿਆ। ਸ਼ਾਮ ਹੁੰਦੇ ਹੀ ਭਾਬੀ ਰਸੋਈ ਵਿੱਚ ਮੇਰੇ ਕੋਲ ਆ ਗਈ ਤੇ ਪੁੱਛਿਆ, ਤੇਰਾ ਭਾਈ ਕਿੱਥੇ ਹੈ? ਤਾਂ ਮੈਂ ਕਹਿ ਦਿੱਤਾ ਕਿ ਸ਼ਾਇਦ ਬਾਹਰ ਗਿਆ ਹੈ। ਤਾਂ ਉਹ ਚੁੱਪ ਕਰਕੇ ਮੁੜ ਗਈ ਤੇ ਫਿਰ ਕੁਝ ਸੋਚਦੇ ਹੋਏ ਬੋਲੀ, ਖਾਣਾ ਜਲਦੀ ਨਾਲ ਬਣਾ ਕੇ ਮੇਰੇ ਕਮਰੇ ਵਿੱਚ ਰੱਖ ਦੇ। ਤੇ ਕਿਹਾ, ਤੇਰਾ ਭਾਈ ਆਵੇ ਤਾਂ ਉਸ ਨੂੰ ਕਹਿਣਾ ਤੁਰੰਤ ਮੇਰੇ ਕਮਰੇ ਵਿੱਚ ਆਵੇ ਤੇ ਆ ਕੇ ਮੈਨੂੰ ਦਵਾਈ ਦੇਵੇ। ਬਹੁਤ ਥਕਾਨ ਹੋ ਰਹੀ ਹੈ। ਮੈਂ ਇਸ ਗੱਲ ਤੇ ਹਾਂ ਵਿੱਚ ਸਿਰ ਹਿਲਾ ਦਿੱਤਾ। ਪਰ ਭਲਾ ਇਸ ਨੂੰ ਕਿਸ ਗੱਲ ਦੀ ਥਕਾਨ ਹੋ ਰਹੀ ਹੈ? ਸਾਰਾ ਦਿਨ ਤਾਂ ਬਿਸਤਰ ਤੇ ਲੇਟੀ ਰਹਿੰਦੀ ਹੈ। ਸ਼ਾਇਦ ਭਾਈ ਦੀ ਹਮਦਰਦੀ ਲੈਣਾ ਚਾਹ ਰਹੀ ਹੈ ਤੇ ਮੇਰੀ ਬੁਰਾਈ ਕਰਨੀ ਹੋਵੇਗੀ ਕਿ ਤੇਰੀ ਭੈਣ ਸਾਰਾ ਦਿਨ ਆਰਾਮ ਨਾਲ ਬੈਠੀ ਰਹੀ ਤੇ ਮੈਂ ਘਰ ਦਾ ਕੰਮਕਾਜ ਕੀਤਾ। ਮੇਰੇ ਦਿਮਾਗ ਵਿੱਚ ਜੋ ਗੱਲ ਆ ਰਹੀ ਸੀ ਉਸ ਦਾ ਸੋਚ ਕੇ ਖੁਦ ਨੂੰ ਹੀ ਬੇਫਿਕਰ ਕਰਨ ਵਿੱਚ ਮਸਰੂਫ ਸੀ। ਖੈਰ, ਖਾਣਾ ਬਣ ਗਿਆ ਤਾਂ ਮੈਂ ਭਾਬੀ ਲਈ ਰੋਜ਼ ਦੇ ਮੁਤਾਬਿਕ ਉਹ ਖਾਣਾ ਕਮਰੇ ਵਿੱਚ ਰੱਖ ਦਿੱਤਾ, ਜਿੱਥੇ ਉਹ ਤਾਂ ਚੰਗੀ ਭਲੀ ਲੇਟੀ ਹੋਈ ਗਾਣੇ ਸੁਣਨ ਵਿੱਚ ਵਿਅਸਤ ਸੀ। ਮੈਨੂੰ ਉਸ ਨਾਲ ਅਜੀਬ ਤਰ੍ਹਾਂ ਦੀ ਉਲਝਣ ਮਹਿਸੂਸ ਹੋਈ। ਇਦਾਂ ਲੱਗਿਆ ਇਹ ਭਾਈ ਨੂੰ ਮੇਰੇ ਤੋਂ ਖੋਹ ਲਵੇਗੀ ਜਾਂ ਫਿਰ ਮੇਰਾ ਇਸ ਘਰ ਵਿੱਚ ਰਹਿਣਾ ਹੀ ਹਰਾਮ ਕਰ ਦੇਵੇਗੀ। ਜੋ ਵੀ ਸੀ, ਆਪਣੀ ਸੋਚਾਂ ਨੂੰ ਲਗਾਮ ਪਾਉਂਦੇ ਹੋਏ ਮੈਂ ਬਾਹਰ ਵਾਪਸ ਆ ਗਈ ਤੇ 2-4 ਭਾਂਡੇ ਗੰਦੇ ਪਏ ਸੀ, ਉਹਨਾਂ ਨੂੰ ਧੋਣ ਲੱਗੀ। ਉਦੋਂ ਭਾਈ ਨੇ ਦਰਵਾਜ਼ਾ ਖੜਕਾਇਆ, ਨਾਲ ਹੀ ਆਪਣਾ ਨਾਂ ਵੀ ਦੱਸਿਆ। ਤਾਂ ਮੈਂ ਭੱਜ ਕੇ ਦਰਵਾਜ਼ਾ ਖੋਲ੍ਹ ਦਿੱਤਾ। ਉਸਨੇ ਜੇਬ ਵਿੱਚੋਂ ਕੁਝ ਪੈਸੇ ਕੱਢ ਕੇ ਮੇਰੇ ਹੱਥ ਤੇ ਰੱਖ ਦਿੱਤੇ ਤੇ ਕਿਹਾ, ਭਾਬੀ ਨੂੰ ਨਾ ਦੱਸੀ ਪੁੱਤ, ਬਸ ਹੁਣ ਇਹੀ ਜ਼ਿੰਦਗੀ ਹੈ, ਗੁਜ਼ਾਰਨੀ ਪਵੇਗੀ। ਤੂੰ ਸਬਰ ਤੋਂ ਕੰਮ ਲੈਣਾ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਭਾਈ ਮੇਰੇ ਸਿਰ ਤੇ ਹੱਥ ਰੱਖ ਕੇ ਕਮਰੇ ਵਿੱਚ ਚਲਾ ਗਿਆ। ਮੈਂ ਉਹਨਾਂ ਨੂੰ ਭਾਬੀ ਦਾ ਪੈਗਾਮ ਦੇ ਚੁੱਕੀ ਸੀ। ਉਸ ਦੇ ਬਾਅਦ ਭਾਈ ਕਮਰੇ ਤੋਂ ਬਾਹਰ ਨਹੀਂ ਨਿਕਲਿਆ। ਭਾਬੀ ਥੋੜੇ ਸਮੇਂ ਲਈ ਰਸੋਈ ਵਿੱਚ ਚਾਹ ਬਣਾਉਣ ਲਈ ਆਈ ਸੀ, ਪਰ ਭਾਈ ਨੂੰ ਮੈਂ ਦੁਬਾਰਾ ਬਾਹਰ ਨਹੀਂ ਦੇਖਿਆ ਸੀ। ਵੈਸੇ ਵੀ ਮੈਂ ਸਮਝ ਚੁੱਕੀ ਸੀ ਭਾਈ ਤੇ ਹੁਣ ਸਿਰਫ ਭਾਬੀ ਦਾ ਹੱਕ ਹੈ। ਉਹ ਮੈਨੂੰ ਇਸ ਘਰ ਵਿੱਚ ਰਹਿਣ ਦੇ ਰਹੀ ਹੈ, ਇੰਨਾ ਹੀ ਬਹੁਤ ਹੈ। ਸਵੇਰੇ ਉੱਠੀ ਤਾਂ ਭਾਈ ਪਹਿਲਾਂ ਤੋਂ ਹੀ ਜਾਗ ਰਿਹਾ ਸੀ। ਉਹ ਥੱਕਿਆ ਹੋਇਆ ਲੱਗ ਰਿਹਾ ਸੀ, ਅੱਖਾਂ ਵੀ ਭਾਰੀ ਦਿਖਾਈ ਦੇ ਰਹੀ ਸੀ। ਮੈਂ ਫਿਰ ਚਾਹ ਬਣਾ ਦਿੱਤੀ ਤਾਂ ਭਾਈ ਨੇ ਧੰਨਵਾਦ ਕਹਿ ਕੇ ਸਿਰ ਤੇ ਚੱਦਰ ਰੱਖ ਲਈ ਤੇ ਲੇਟ ਕੇ ਸੋ ਗਿਆ। ਹੁਣ ਮੈਨੂੰ ਲੱਗਿਆ ਸੀ ਭਾਈ ਨੇ ਕੰਮ ਤੇ ਨਹੀਂ ਜਾਣਾ, ਪਰ ਉਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦੀ, ਭਾਬੀ ਨੇ ਮੈਨੂੰ ਉੱਥੇ ਖੜਾ ਦੇਖਿਆ ਤਾਂ ਆਪਣੀ ਜਾਨ ਬਚਾਉਂਦੀ ਮੈਂ ਰਸੋਈ ਵਿੱਚ ਆ ਗਈ। ਹੁਣ ਭਾਈ ਕੰਮ ਤੇ ਨਹੀਂ ਜਾਂਦਾ ਸੀ। ਰੋਜ਼ ਰਾਤ ਭਾਬੀ ਭਰਾ ਨੂੰ ਕਮਰੇ ਵਿੱਚ ਲੈ ਜਾਂਦੀ, ਭਾਈ ਨੂੰ ਕਹਿੰਦੀ ਕਿ ਮੈਨੂੰ ਦਵਾਈ ਦੇ, ਤੇ ਭਾਈ ਸਿਰ ਝੁਕਾਏ ਭਾਬੀ ਦੇ ਪਿੱਛੇ ਚਲਾ ਜਾਂਦਾ। ਸਵੇਰ ਦੇ ਸਮੇਂ ਉਹ ਪਹਿਲਾਂ ਤੋਂ ਜਾਗ ਰਿਹਾ ਹੁੰਦਾ ਤੇ ਬਹੁਤ ਥੱਕਿਆ ਹੁੰਦਾ, ਪਰ ਇੱਕ ਗੱਲ ਅਜੀਬ ਸੀ, ਇਸ ਵਾਰ ਭਾਈ ਨੇ ਖਰਚ ਦੀ ਕੋਈ ਗੱਲ ਨਹੀਂ ਕੀਤੀ, ਨਾ ਹੀ ਹੱਥ ਖਿੱਚਿਆ। ਬਹੁਤ ਖੁੱਲੇ ਦਿਲ ਨਾਲ ਘਰ ਦਾ ਖਰਚਾ ਵੀ ਚੱਲ ਰਿਹਾ ਸੀ।
2-3 ਹਫ਼ਤੇ ਲਗਾਤਾਰ ਇਹੀ ਹੁੰਦਾ ਰਿਹਾ। ਮੈਨੂੰ ਬਹੁਤ ਹੈਰਾਨੀ ਹੋਈ ਕਿ ਜੋ ਭਰਾ ਰੋਜ਼ ਕੰਮ ਤੇ ਜਾਂਦਾ ਸੀ, ਭਾਬੀ ਦੇ ਆਉਣ ਤੋਂ ਬਾਅਦ ਉਹ ਕੰਮ ਤੇ ਜਾਣ ਦੀ ਬਜਾਏ ਸਾਰਾ ਦਿਨ ਘਰ ਹੀ ਸੁੱਤਾ ਰਹਿੰਦਾ ਹੈ। ਉਹ ਕੰਮ ਨੂੰ ਲੈ ਕੇ ਇੰਨਾ ਬੇਫਿਕਰਾ ਕਿਉਂ ਹੋ ਗਿਆ ਹੈ ਤੇ ਫਿਰ ਇਹ ਪੈਸੇ ਕਿੱਥੋਂ ਆਉਂਦੇ ਹਨ? ਉਸ ਨੂੰ ਇੰਨੀ ਨੀਂਦ ਕਿਉਂ ਆਉਂਦੀ ਹੈ? ਅਜੇ ਭਾਬੀ ਰਾਤ ਨੂੰ ਉਸ ਨਾਲ ਕੀ ਕਰਦੀ ਹੈ ਕਿ ਉਹ ਸਵੇਰੇ ਹੀ ਇੰਨਾ ਥੱਕ ਟੁੱਟ ਜਾਂਦਾ ਹੈ? ਹੁਣ ਮੈਨੂੰ ਕੁਝ ਸ਼ੱਕ ਹੋਣ ਲੱਗਿਆ ਤੇ ਹੁਣ ਮੈਂ ਇਸ ਗੱਲ ਦਾ ਪਤਾ ਲਗਾਉਣਾ ਚਾਹੁੰਦੀ ਸੀ ਤੇ ਇੱਕ ਦਿਨ ਮੈਨੂੰ ਇਹ ਮੌਕਾ ਮਿਲ ਹੀ ਗਿਆ। ਉਸ ਦਿਨ ਭਰਾ ਦੀ ਬਹੁਤ ਜ਼ਿਆਦਾ ਤਬੀਅਤ ਖਰਾਬ ਸੀ। ਮੈਂ ਉਹਨਾਂ ਦੀ ਤਬੀਅਤ ਪੁੱਛੀ ਤੇ ਉਹਨਾਂ ਨੂੰ ਸਿਰ ਦਰਦ ਦੀ ਬਜਾਏ ਨੀਂਦ ਦੀ ਗੋਲੀ ਚਾਹ ਦੇ ਨਾਲ ਦੇ ਦਿੱਤੀ ਤੇ ਆਪਣੇ ਕਮਰੇ ਵਿੱਚ ਸੁਲਾ ਦਿੱਤਾ। ਜਦੋਂ ਭਾਬੀ ਨੇ ਭਰਾ ਨੂੰ ਬੁਲਾਇਆ ਤਾਂ ਮੈਂ ਖੁਦ ਭਾਈ ਦੇ ਕੱਪੜੇ ਪਹਿਨ ਕੇ ਕਮਰੇ ਵਿੱਚ ਚਲੀ ਗਈ, ਪਰ ਉੱਥੇ ਜਾ ਕੇ ਮੇਰੀ ਰੂਹ ਕੰਬ ਗਈ ਕਿਉਂਕਿ ਭਾਬੀ ਬਹੁਤ ਜਲਦੀ ਵਿੱਚ ਲੱਗ ਰਹੀ ਸੀ। ਉਸਨੇ ਬਿਸਤਰ ਤੇ ਇੱਕ ਔਰਤਾਂ ਵਾਲਾ ਕੁੜਤਾ ਕੱਢ ਕੇ ਰੱਖਿਆ ਹੋਇਆ ਸੀ, ਨਾਲ ਹੀ ਜੁਐਲਰੀ ਤੇ ਮੇਕਅਪ ਵੀ ਪਿਆ ਸੀ। ਉਹ ਜਲਦੀ ਨਾਲ ਬੋਲੀ, ਜਾ ਇਹ ਕੱਪੜੇ ਪਹਿਨ ਲੈ ਤੇ ਇੱਥੇ ਆ, ਮੈਂ ਤੈਨੂੰ ਤਿਆਰ ਕਰ ਦੇਵਾਂ। ਅੱਜ ਬਹੁਤ ਵੱਡੀ ਲਾਟਰੀ ਲੱਗੇਗੀ, ਜਾਣਦਾ ਹੈ, ਇੱਕ ਵਿਆਹ ਹੈ। ਉੱਥੇ ਉਹਨਾਂ ਨੇ ਬਹੁਤ ਕਿੰਨਰਾਂ ਨੂੰ ਬੁਲਾਇਆ ਹੈ, ਤੈਨੂੰ ਵੀ ਚੰਗੇ ਖਾਸੇ ਪੈਸੇ ਮਿਲ ਜਾਣਗੇ। ਤੇ ਹਾਂ, ਇਹ ਬਾਹਰ ਦਾ ਦਰਵਾਜ਼ਾ ਬਹੁਤ ਸ਼ੋਰ ਕਰਦਾ ਹੈ, ਕੱਲ ਇਸ ਵਿੱਚ ਵੀ ਤੇਲ ਪਾ ਦੇਣਾ। ਮੇਕਅਪ ਰੱਖਦੇ ਹੋਏ ਭਾਬੀ ਲਗਾਤਾਰ ਬੋਲਦੀ ਜਾ ਰਹੀ ਸੀ, ਜਦੋਂ ਕਿ ਮੈਂ ਆਪਣੀ ਜਗ੍ਹਾ ਗੂੰਗੀ ਸੀ। ਕੋਈ ਜਵਾਬ ਨਾ ਪਾ ਕੇ ਭਾਬੀ ਨੇ ਪਿੱਛੇ ਦੇਖਿਆ ਤਾਂ ਉਹ ਚੁੱਪ ਦੀ ਚੁੱਪ ਰਹਿ ਗਈ ਕਿਉਂਕਿ ਸਭ ਕੁਝ ਮੇਰੀ ਪੂਰੀ ਰੰਗਤ ਨੇ ਦੱਸ ਦਿੱਤਾ ਸੀ। ਮੈਂ ਹਰ ਗੱਲ ਸੁਣ ਚੁੱਕੀ ਸੀ। ਮੈਂ ਚੁੱਪਚਾਪ ਬਾਹਰ ਨਿਕਲ ਆਈ ਤੇ ਪੂਰੀ ਰਾਤ ਰੋਂਦੀ ਰਹੀ ਕਿ ਕਿਵੇਂ ਦੀ ਔਰਤ ਮਿਲੀ ਹੈ ਮੇਰੇ ਭਾਈ ਨੂੰ, ਜੋ ਚੰਗੇ ਖਾਸੇ ਮਰਦ ਨੂੰ ਕਿੰਨਰ ਬਣਾ ਕੇ ਉਸ ਤੋਂ ਭੀਖ ਮੰਗਵਾਉਂਦੀ ਹੈ, ਵਿਆਹਾਂ ਤੇ ਨਚਾਉਂਦੀ ਹੈ। ਸਾਰੀ ਰਾਤ ਰੋ ਰੋ ਕੇ ਉੱਪਰ ਵਾਲੇ ਤੋਂ ਦੁਆ ਮੰਗੀ। ਸਵੇਰੇ ਜਦੋਂ ਭਾਈ ਦੀ ਅੱਖ ਖੁੱਲੀ ਤਾਂ ਮੈਂ ਸਾਫ਼-ਸਾਫ਼ ਪੁੱਛਿਆ, ਕੀ ਜ਼ਰੂਰਤ ਹੈ ਚੰਗੀ ਭਲੀ ਦੁਕਾਨ ਛੱਡ ਕੇ ਕਿੰਨਰ ਬਣਨ ਦੀ? ਤਾਂ ਉਹ ਰੋਣ ਲੱਗਿਆ। ਮੇਰਾ ਭਾਈ ਜ਼ਿੰਦਗੀ ਵਿੱਚ ਪਹਿਲੀ ਵਾਰ ਮੇਰੇ ਸਾਹਮਣੇ ਰੋ ਰਿਹਾ ਸੀ। ਕਹਿਣ ਲੱਗਿਆ, ਮੈਂ ਮੋਟਰਸਾਈਕਲ ਤੇ ਜਾ ਰਿਹਾ ਸੀ, ਨੈਨਾ ਦੀ ਮਾਂ ਅਚਾਨਕ ਮੇਰੇ ਸਾਹਮਣੇ ਆ ਗਈ ਤੇ ਉਹ ਮਰ ਗਈ। ਉਸਨੇ ਮੇਰੇ ਤੇ ਕਤਲ ਦਾ ਕੇਸ ਕਰਨ ਦੀ ਧਮਕੀ ਦਿੱਤੀ, ਨਾਲ ਹੀ 10 ਲੱਖ ਰੁਪਏ ਵੀ ਮੰਗੇ। ਮੈਂ ਕਿੱਥੋਂ ਦੇ ਸਕਦਾ ਸੀ? ਤਾਂ ਉਸਨੇ ਮੇਰੇ ਨਾਲ ਵਿਆਹ ਕਰਾ ਲਿਆ। ਹੁਣ ਇਹ ਰੋਜ਼ ਰਾਤ ਮੈਨੂੰ ਕਿੰਨਰ ਬਣਾ ਕੇ ਪੈਸੇ ਕਮਾਉਣ ਭੇਜਦੀ ਹੈ। ਮੈਂ ਆਪਣੀ ਇੱਜ਼ਤ ਦਾ ਜਨਾਜ਼ਾ ਖੁਦ ਹੀ ਉੱਠਦੇ ਹੋਏ ਦੇਖਦਾ ਹਾਂ, ਪਰ ਮੈਂ ਥੱਕ ਗਿਆ ਹਾਂ। ਸੱਚ ਲੁਕਾਉਂਦੇ ਮੈਂ ਭਾਈ ਨੂੰ ਕਿਹਾ, ਜੇ ਕਿਸੇ ਕੁੜੀ ਦੀ ਮਾਂ ਮਰੇ ਤਾਂ ਉਹ ਐਵੇਂ ਖੁਸ਼ ਤੇ ਬੇਫਿਕਰ ਨਹੀਂ ਹੁੰਦੀ, ਇਹ ਜ਼ਰੂਰ ਝੂਠ ਬੋਲ ਰਹੀ ਹੈ। ਭਾਈ ਦੇ ਦੱਸਣ ਦੇ ਬਾਅਦ ਅਸੀਂ ਉਸ ਜਗ੍ਹਾ ਗਏ ਜਿੱਥੇ ਇਹ ਸਭ ਕੁਝ ਹੋਇਆ ਸੀ। ਉੱਥੇ ਜਾ ਕੇ ਪਤਾ ਲੱਗਿਆ ਉਹ ਔਰਤ ਤਾਂ ਕਿਰਾਏ ਤੇ ਕੰਮ ਕਰਦੀ ਹੈ ਤੇ ਜੋ ਉਸਦੀ ਕੁੜੀ ਬਣੀ ਸੀ ਪੂਰੇ ਇਲਾਕੇ ਨੂੰ ਲੁੱਟ ਚੁੱਕੀ ਸੀ, ਕਦੇ ਕਿਸੇ ਬਹਾਨੇ ਨਾਲ ਤਾਂ ਕਦੇ ਕਿਸੇ ਬਹਾਨੇ ਨਾਲ। ਹੁਣ ਸ਼ਾਇਦ ਉਸ ਨੂੰ ਘਰ ਵਸਾਉਣ ਦਾ ਖਿਆਲ ਆਇਆ ਤਾਂ ਭਾਈ ਦੇ ਨਾਲ ਵਿਆਹ ਕਰਾ ਲਿਆ। ਅਸੀਂ ਉਸ ਔਰਤ ਨੂੰ ਵੀ ਮਿਲੇ, ਉਹ ਵੀ ਚੰਗੀ ਖਾਸੀ ਸੀ। ਉਸ ਦਿਨ ਘਰ ਆ ਕੇ ਭਾਈ ਨੇ ਕੁਝ ਵੀ ਕਹੇ ਸੁਣੇ ਬਗੈਰ ਉਸ ਨੂੰ ਤਲਾਕ ਦੇ ਦਿੱਤਾ। ਉਹ ਸਾਨੂੰ ਧਮਕੀਆਂ ਦੇ ਰਹੀ ਸੀ, ਪਰ ਭਾਈ ਨੇ ਉਸ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਤੇ ਅਸੀਂ ਉਹ ਸ਼ਹਿਰ ਛੱਡ ਕੇ ਇੱਕ ਨਵੇਂ ਇਲਾਕੇ ਵਿੱਚ ਵਸ ਗਏ। ਅੱਜ ਭਾਈ ਦੇ 3 ਬੱਚੇ ਹਨ, ਮੇਰਾ ਵਿਆਹ ਵੀ ਹੋ ਚੁੱਕਿਆ ਹੈ, ਪਰ ਅਸੀਂ ਇਹ ਵਾਕਿਆ ਕਦੇ ਨਹੀਂ ਭੁੱਲ ਸਕਦੇ। ਉਸ ਕੁੜੀ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਸ਼ਾਇਦ ਪਾਗਲ ਹੋ ਗਈ ਹੈ ਜਾਂ ਕੀ ਹੋਇਆ ਹੈ ਉੱਪਰ ਵਾਲਾ ਜਾਣਦਾ ਹੈ, ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਬੁਰੇ ਕਰਮਾਂ ਦਾ ਬੁਰਾ ਹੀ ਨਤੀਜਾ ਹੁੰਦਾ ਹੈ। ਦੋਸਤੋ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਣਾ।